हाँ जी, सत श्री अकाल जी। मैं पूजा भाटिया पंजाबी साहित्यकार चैनल 'ਚ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਮੈਂ ਤੁਹਾਡੇ ਕੋ ਅੰਮ੍ਰਿਤਾ ਪ੍ਰੀਤਮ ਦੀ ਗੱਲ ਕਰਨ ਆਈ ਹਾਂ। ਅੰਮ੍ਰਿਤਾ ਪ੍ਰੀਤਮ ਐਕਚੁਅਲੀ ਜਿਹੜੀਆਂ ਉਹਨਾਂ ਦੇ ਕਾਵ ਸੰਗ੍ਰਹਿ ਉਹਦੀ ਲਿਸਟ ਮੈਂ ਲਾਸਟ ਵਿੱਚ ਦੱਸਾਂਗੀ। ਪਹਿਲੇ ਉਹਨਾਂ ਦੇ ਕਾਵ ਸੰਗ੍ਰਹਿ ਵਿੱਚ ਕੀ ਦਿੱਤਾ ਹੋਇਆ, ਜਿਹੜੇ ਕਾਵ ਸੰਗ੍ਰਹਿ ਇੰਪੋਰਟੈਂਟ ਹੈ ਤੇ ਉਹਨਾਂ ਵਿੱਚ ਕਿਹੜੀਆਂ ਇੰਪੋਰਟੈਂਟ ਕਵਿਤਾਵਾਂ। ਹੁਣ ਉਹਨਾਂ ਦੇ ਇੰਨੇ ਸਾਰੇ ਕਾਵ ਸੰਗ੍ਰਹਿ, ਸਾਰਿਆਂ ਦੀਆਂ ਕਵਿਤਾਵਾਂ ਯਾਦ ਕਰਨ ਲੱਗਾਂਗੇ ਤਾਂ ਬੜਾ ਔਖਾ ਹੋ ਜਾਂਦਾ ਹੈ। ਐਕਚੁਅਲੀ ਐਗਜ਼ਾਮ ਵਿੱਚ ਜਿਹੜੇ ਸਾਨੂੰ ਕੁਐਸਚਨਸ ਆਉਂਦੇ ਆ, ਹੁਣ ਜਿਵੇਂ ਅਸੀਂ ਲਾਸਟ ਟਾਈਮ ਕੁਐਸਚਨ ਸੀਗਾ ਊਸ਼ਾ, ਉਹ 9-10th ਦੇ ਸਿਲੇਬਸ ਵਿੱਚ ਮੈਂਸ਼ਨ ਸੀ। ਇਸ ਲਈ ਮੈਂ ਇੱਕ ਟਰਾਈ ਕੀਤੀ ਹੈ ਕਿ ਮੈਂ ਉਹਨਾਂ ਹੀ ਕਵਿਤਾਵਾਂ ਦੇ ਨਾਮ ਲੈ ਕੇ ਆ ਰਹੀ ਹਾਂ ਜਿਹੜੇ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਾਂ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਲੱਗੀਆਂ ਹੋਈਆਂ, ਕਿਉਂਕਿ ਉਹ ਪੁਆਇੰਟਸ ਇੰਪੋਰਟੈਂਟ ਹੈ ਤਾਂ ਹੀ ਉਹ ਸਿਲੇਬਸ ਵਿੱਚ ਐਡ ਹੈ। ਤੇ ਉਹਨਾਂ ਦੇ ਹੀ ਕਾਵ ਸੰਗ੍ਰਹਿ ਬਾਰੇ ਅਸੀਂ ਗੱਲ ਕਰਾਂਗੇ। ਇੱਕ ਛੋਟੀ ਜਿਹੀ ਗੱਲ ਤੋਂ ਆਪਾਂ ਸਟਾਰਟ ਕਰਦੇ ਹਾਂ ਕਿ 15 ਤਰੀਕ ਤੋਂ TGT ਪੰਜਾਬੀ ਫੋਰ ਹਰਿਆਣਾ ਦੀਆਂ TGT ਪੰਜਾਬੀ ਦੀਆਂ ਕਲਾਸਿਸ ਸਟਾਰਟ ਹੋ ਰਹੀਆਂ, ਕਿਉਂਕਿ ਹੋਪਫੁਲੀ ਉਹਨਾਂ ਦਾ ਜਨਵਰੀ ਵਿੱਚ ਐਗਜ਼ਾਮ ਹੈ। ਜਿਹੜੇ ਵੀ ਸਟੂਡੈਂਟ ਹਰਿਆਣਾ ਪੰਜਾਬੀ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ ਉਹ ਕੰਟੈਕਟ ਕਰ ਸਕਦੇ ਆ ਤੇ ਕਲਾਸਿਸ ਜੁਆਇਨ ਕਰ ਸਕਦੇ ਆ। ਔਰ ਦੂਸਰੀ ਗੱਲ, ਹਰਿਆਣਾ ਵਿੱਚ ਕੌਣ ਅਪਲਾਈ ਕਰ ਸਕਦਾ ਹੈ? ਸਭ ਤੋਂ ਪਹਿਲੀ ਗੱਲ ਆ ਜਾਂਦੀ ਹੈ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, B.Ed ਕੀਤੀ ਹੋਈ ਹੈ, ਗ੍ਰੈਜੂਏਸ਼ਨ ਵਿਦ 50% ਮਾਰਕਸ ਹੈ, ਉਹ ਕੇਡਰ ਅਪਲਾਈ ਕਰ ਸਕਦਾ ਹੈ। ਪਹਿਲਾਂ ਕੀ ਹੁੰਦਾ ਸੀ, ਉਹਦੇ ਲਈ HTET ਕੰਪਲਸਰੀ ਹੁੰਦਾ ਸੀ, ਬਟ ਅਗਰ ਤੁਸੀਂ CTET ਵੀ ਕੁਆਲੀਫਾਈਡ ਹੋ ਤਾਂ ਵੀ ਤੁਸੀਂ ਹੁਣ ਅਪਲਾਈ ਕਰ ਸਕਦੇ ਹੋ। ਸਿਰਫ HTET ਨਾਲ ਨਹੀਂ, CTET ਨਾਲ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਤੇ ਇਸ ਕਰਕੇ ਜਿੰਨਾ ਸਟੂਡੈਂਟਸ ਦਾ CTET ਕਲੀਅਰ ਹੈ ਉਹ ਆਪਣਾ ਅਪਲਾਈ ਕਰ ਸਕਦੇ ਹੈ। ਜਿੰਨਾ ਸਟੂਡੈਂਟ ਦਾ CTET ਨਹੀਂ ਕਲੀਅਰ, ਉਹ CTET ਦਾ ਪੇਪਰ ਭਰ ਦਿਓ ਕਿਉਂਕਿ ਆਇਆ ਹੋਇਆ, ਤੇ ਉਹਨੂੰ ਕਰੈਕ ਕਰਕੇ ਆਪਣਾ ਜਿਹੜਾ ਹਰਿਆਣੇ ਦਾ ਪੰਜਾਬੀ TGT ਦਾ ਪੇਪਰ ਹੈ ਉਹਨੂੰ ਕੁਆਲੀਫਾਈਡ ਕਰ ਸਕਦੇ। ਠੀਕ ਹੈ ਜੀ। ਹੁਣ ਕਾਵ ਸੰਗ੍ਰਹਿ ਸ਼ੁਰੂ ਕਰ ਰਹੀ ਹਾਂ ਅੰਮ੍ਰਿਤਾ ਪ੍ਰੀਤਮ ਜੀ ਦੇ। ਜਿੰਨੇ ਕਾਵ ਸੰਗ੍ਰਹਿ ਇੰਪੋਰਟੈਂਟ ਹੈ ਉਹੀ ਲੈ ਕੇ ਆ ਰਹੀ ਹਾਂ। ਠੀਕ ਹੈ ਜੀ। ਸਭ ਤੋਂ ਪਹਿਲੇ ਮੈਂ ਜਿਹੜਾ ਕਾਵ ਸੰਗ੍ਰਹਿ ਲੈ ਰਹੀ ਹਾਂ ਉਹ ਹੈ ਪੱਥਰ ਗੀਟੇ। ਵੈਸੇ ਉਹਨਾਂ ਦੇ ਕਾਵ ਸੰਗ੍ਰਹਿ ਦੀ ਜਿਹੜੀ ਫੁੱਲ ਫਲੈਜ ਲਿਸਟ ਹੈ ਉਹ ਮੈਂ ਤੁਹਾਨੂੰ ਜ਼ਰੂਰ ਦੇਵਾਂਗੀ, ਨਾਲ ਦੀ ਨਾਲ ਕਰਾਵਾਂਗੀ ਕਿਹੜੇ ਕਿਹੜੇ ਸਾਲ ਵਿੱਚੋਂ ਆਏ ਹੋਏ ਨੇ। ਪੱਥਰ ਗੀਟੇ 1946 ਦੇ ਵਿੱਚ ਆਇਆ ਸੀ, ਮਤਲਬ ਕਿ ਆਜ਼ਾਦੀ ਤੋਂ ਪਹਿਲਾਂ। ਆਜ਼ਾਦੀ ਤੋਂ ਪਹਿਲਾਂ ਅੰਮ੍ਰਿਤਾ ਪ੍ਰੀਤਮ ਜੀ ਦੇ 9 ਕਾਵ ਸੰਗ੍ਰਹਿ ਜਿਹੜੇ ਆਏ ਨੇ। ਆਜ਼ਾਦੀ ਤੋਂ ਪਹਿਲਾਂ 9 ਕਾਵ ਸੰਗ੍ਰਹਿ ਸੌਰੀ, ਬਾਕੀ ਇੱਕ ਕੁਐਸਚਨ ਵੀ ਪੁੱਛਿਆ ਜਾ ਸਕਦਾ ਕਿ ਆਜ਼ਾਦੀ ਤੋਂ ਪਹਿਲਾਂ ਉਹਨਾਂ ਦੇ ਕਿੰਨੇ ਕਾਵ ਸੰਗ੍ਰਹਿ ਸੀ, ਤਾਂ 9 ਕਾਵ ਸੰਗ੍ਰਹਿ ਸੀ। ਹੁਣ ਇਸ ਪੱਥਰ ਗੀਟੇ ਕਾਵ ਸੰਗ੍ਰਹਿ ਵਿੱਚ ਉਹਨਾਂ ਨੇ ਕੀ ਕੀਤਾ ਹੈ, ਸਮੇਂ ਦੀ ਮਨੋਸਥਿਤੀ ਪੇਸ਼ ਕੀਤੀ ਹੈ। ਸਮੇਂ ਦੀ ਮਨੋਸਥਿਤੀ ਮਤਲਬ ਕਿ ਉਸ ਟਾਈਮ ਤੇ ਜਿਹੜਾ ਟਾਈਮ ਚੱਲ ਰਿਹਾ ਸੀ, ਉਹ ਟਾਈਮ ਤੇ ਲੋਕਾਂ ਦੀ ਮੈਂਟਲੀ ਜਿਹੜੀ ਸਿਚੁਏਸ਼ਨ ਸੀ ਉਹ ਕਿੱਦਾਂ ਦੀ ਸੀ। ਠੀਕ ਹੈ। ਰਹਿਣਾ ਕਿੱਦਾਂ ਦਾ ਸੀ, ਸੋਚ ਕਿੱਦਾਂ ਦੀ ਸੀ, ਕਿੱਦਾਂ ਦੇ ਹਾਲਾਤ ਚੱਲ ਰਹੇ ਸੀ। ਹਾਂ, ਕੁਝ ਅਸੀਂ ਇਫੈਕਟ 1947 ਇਟ ਮੀਨਸ ਕ੍ਰਾਂਤੀ ਦਾ ਸਮੇਂ ਸੀਗਾ, ਇਹ ਵੀ ਅਸੀਂ ਕਹਿ ਸਕਦੇ ਹਾਂ, ਇਹਦੇ ਵਿੱਚ ਪ੍ਰਭਾਵ ਜ਼ਰੂਰ ਹੋਏਗਾ। ਫਿਰ ਉਸ ਤੋਂ ਬਾਅਦ ਅੰਮ੍ਰਿਤਾ ਦਾ ਸਭ ਤੋਂ ਬੇਚੈਨ ਵਰਾ ਕੁਐਸਚਨ ਆ ਸਕਦਾ ਹੈ ਕਿ ਕਿਸ ਕਾਵ ਸੰਗ੍ਰਹਿ ਨੂੰ ਲਿਖਣ ਸਮੇਂ ਅੰਮ੍ਰਿਤਾ ਕਹਿੰਦੀ ਹੈ ਕਿ ਉਸਦਾ ਉਹ ਸਭ ਤੋਂ ਬੇਚੈਨ ਵਰਾ ਸੀ। ਇੱਕ ਅੰਮ੍ਰਿਤਾ ਦੇ ਖੁਦ ਦੇ ਸ਼ਬਦ ਹੈ ਕਿ ਪੱਥਰ ਗੀਟੇ ਦਾ ਲਿਖਣ ਕਾਲ, ਜਿਹੜਾ ਲਿਖਣ ਸਮਾਂ ਸੀ, ਉਸਦਾ ਸਭ ਤੋਂ ਬੇਚੈਨ ਵਰਾ ਰਿਹਾ। ਇਸ ਦੀ ਪੁਰਖ ਨਾ ਬਰਾਬਰੀ ਬਾਰੇ ਉਸਨੇ ਗੱਲ ਕੀਤੀ ਹੋਈ ਹੈ ਇਸ ਕਾਵ ਸੰਗ੍ਰਹਿ ਵਿੱਚ। ਹੁਣ ਇਸ ਕਾਵ ਸੰਗ੍ਰਹਿ ਦੀਆਂ ਜਿਹੜੀਆਂ ਇੰਪੋਰਟੈਂਟ ਕਵਿਤਾਵਾਂ ਨੇ, ਚੱਪਾ ਚੰਨ ਤੇ ਅੰਨਦਾਤਾ, ਇਹ ਦੋਨੋਂ ਕਵਿਤਾਵਾਂ ਤੁਸੀਂ ਸੁਣੀਆਂ ਹੋਣਗੀਆਂ। ਇਹ ਦੋਨੋਂ ਕਵਿਤਾਵਾਂ ਹੀ ਬਹੁਤ ਇੰਪੋਰਟੈਂਟ ਹੈ, ਚੱਪਾ ਚੰਨ ਤੇ ਅੰਨਦਾਤਾ। ਉਸ ਤੋਂ ਬਾਅਦ ਅਗਲਾ ਕਾਵ ਸੰਗ੍ਰਹਿ ਲੈ ਕੇ ਆ ਰਹੀ ਹਾਂ ਮੈਂ, ਲੰਮੀਆਂ ਵਾਟਾਂ। ਇਹ ਆਇਆ ਸੀ 1949 ਦੇ ਵਿੱਚ। ਇਸ ਵਿੱਚ ਉਹਨੇ ਕੀ ਗੱਲ ਕੀਤੀ ਹੈ, ਦੇਸ਼ ਵੰਡ ਤੋਂ ਪਹਿਲਾਂ ਦਾ ਕਾਵ ਸੰਗ੍ਰਹਿ, ਦੇਸ਼ ਵੰਡ ਤੋਂ ਬਾਅਦ। ਹੁਣ ਇੱਥੇ ਇੱਕ ਕੁਐਸਚਨ ਕੀਤਾ ਸੀ ਮੈਂ ਕਿ ਅੰਮ੍ਰਿਤਾ ਦੇ ਦੇਸ਼ ਵੰਡ ਤੋਂ ਪਹਿਲਾਂ ਕਿੰਨੇ ਕਾਵ ਸੰਗ੍ਰਹਿ ਸੀ, ਮਤਲਬ ਕਿ 1947 ਤੋਂ ਪਹਿਲਾਂ 9 ਕਾਵ ਸੰਗ੍ਰਹਿ ਸੀ। ਤਾਂ ਇੱਕ ਕੁਐਸਚਨ ਇਹ ਬਣ ਜਾਂਦਾ ਹੈ ਕਿ ਆਜ਼ਾਦੀ ਤੋਂ ਬਾਅਦ ਅੰਮ੍ਰਿਤਾ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ? ਉਹ ਸੀ ਲੰਮੀਆਂ ਵਾਟਾਂ। ਮਤਲਬ ਅਸੀਂ ਲੰਬਾ ਸਫ਼ਰ ਜਿਹੜਾ ਹੈ ਕੱਟ ਕੇ ਆਏ। ਯਾਦ ਕਰਨ ਦਾ ਇੱਕ ਤਰੀਕਾ ਲੰਮੀਆਂ ਵਾਟਾਂ, ਕਿ ਬਹੁਤ ਲੰਬਾ ਸਫ਼ਰ ਅਸੀਂ ਤੈਅ ਕੀਤਾ ਸੰਘਰਸ਼ ਦਾ। ਹੁਣ ਇਹਦੇ ਵਿੱਚ ਦੇਸ਼ ਵੰਡ ਦਾ ਤਾਂ ਆਬਵੀਅਸ ਹੈ, ਇਹਦੇ ਵਿੱਚ ਉਹ ਕੀ ਪੇਸ਼ ਕਰੇਗੀ, ਦੇਸ਼ ਵਿਭਾਜਨ ਦਾ ਦੁਖਾਂਤ, ਅੱਜ ਅੱਖਾਂ ਵਾਰਿਸ਼ਾਂ ਨੂੰ ਕਿਤੇ ਕਬਰਾਂ ਦੇ ਵਿੱਚੋਂ ਬੋਲ। ਹੁਣ ਜੇ ਮੈਂ ਤੁਹਾਨੂੰ ਨਾਂ ਵੀ ਦੱਸਾਂ ਕਿ ਇਹ ਕਵਿਤਾ ਇਸ ਵਿੱਚ ਹੈ, ਤੇ ਇਹ ਜਿਹੜਾ ਕਾਵ ਸੰਗ੍ਰਹਿ ਹੈ ਇਸ ਦਾ ਵਿਸ਼ਾ ਸੁਣ ਕੇ ਹੀ ਸਾਨੂੰ ਕਲੀਅਰ ਹੋ ਜਾਂਦਾ ਕਿ ਇਹ ਕਵਿਤਾ ਇਸ ਕਾਵ ਸੰਗ੍ਰਹਿ ਵਿੱਚ ਹੋਏਗੀ, ਕਿਉਂਕਿ ਦੇਸ਼ ਵਿਭਾਜਨ, ਦੇਸ਼ ਦੇ ਟੁੱਟੇ ਜਾਣ ਦਾ ਦਰਦ ਪੇਸ਼ ਕਰਦੀ ਹੈ। ਮਜ਼ਹਬ, ਧਰਮ ਨੂੰ ਲੈ ਕੇ ਜਿਹੜੀ ਲੜਾਈ ਹੋਈ ਸੀ, ਜੰਗ ਹੋਈ ਸੀ, ਉਹਦੀ ਪੇਸ਼ਕਾਰੀ ਉਹ ਇਸ ਵਿੱਚ
ਕਰਦੀ ਹੈ। ਵਿਆਹ ਸੰਸਥਾਵਾਂ ਵਿੱਚ ਜਿਹੜੇ ਸਾਡੇ ਵਿਆਹ ਹੁੰਦੇ ਉਸ ਵਿੱਚ ਜੋ ਕਰੂਤੀਆਂ ਪੇਸ਼ ਕੀਤੀਆਂ ਜਾਂਦੀਆਂ ਨੇ ਉਹਦੇ ਬਾਰੇ ਉਹ ਇਸ ਕਾਵ ਸੰਗ੍ਰਹਿ ਵਿੱਚ ਲਿਖਦੀ ਹੈ। ਰਿਸ਼ਤਿਆਂ ਤੇ ਵਿਅੰਗ ਇਸ ਕਾਵ ਸੰਗ੍ਰਹਿ ਵਿੱਚ ਲਿਖਦੀ ਹੈ। ਹੁਣ ਇਸ ਦੀਆਂ ਕਵਿਤਾਵਾਂ ਜਿਹੜੀਆਂ ਇੰਪੋਰਟੈਂਟ ਨੇ ਇਸ ਕਾਵ ਸੰਗ੍ਰਹਿ ਵਿੱਚ, ਅੱਜ ਅੱਖਾਂ ਵਾਰਿਸ ਸ਼ਾਹ ਨੂੰ ਜਨੂਨ, ਜਨੂਨ ਕਵਿਤਾ ਦੀ ਜਿਹੜੀ ਮੇਨਲੀ ਪੇਸ਼ਕਾਰੀ ਹੈ ਉਹ ਮਜ਼ਹਬ ਹੈ, ਧਰਮ ਨੂੰ ਲੈ ਕੇ ਲਿਖੀ ਗਈ ਜਨੂਨ ਕਵਿਤਾ ਹੈ, ਕਿਉਂਕਿ ਆਬਵੀਅਸ ਹੈ ਕਿ ਜਨੂਨ ਇੱਕ ਕਿਸਮ ਦਾ ਲੋਕਾਂ ਦੇ ਵਿੱਚ ਧਰਮ ਦਾ ਇੰਨਾ ਜਨੂਨ ਸੀ ਕਿ ਉਹ ਇਨਸਾਨੀਅਤ ਨੂੰ ਭੁੱਲ ਗਏ ਸੀ ਤੇ ਖੂਨ ਖਰਾਬੇ ਤੇ ਆ ਗਏ ਸੀ। ਕੰਨਿਆਦਾਨ ਜਿਹੜੀ ਕਵਿਤਾ ਹੈ ਵਿਆਹ ਸੰਸਥਾ ਨੂੰ ਲੈ ਕੇ, ਗਊਸ਼ਾਲਾ ਤੇ ਰਾਖੀ। ਉਸ ਤੋਂ ਬਾਅਦ ਵਪਾਰ ਤੇ ਸੰਸਕਾਰ, ਇਹ ਦੋਨੋਂ ਕਵਿਤਾਵਾਂ ਰਿਸ਼ਤਿਆਂ ਨੂੰ ਲੈ ਕੇ ਹੈ। ਇਹ ਜਿਹੜੀਆਂ ਇਸ ਦੀਆਂ ਇੰਪੋਰਟੈਂਟ ਕਵਿਤਾਵਾਂ ਇਸ ਕਾਵ ਸੰਗ੍ਰਹਿ ਦੀਆਂ ਹੈਗੀਆਂ। ਉਸ ਤੋਂ ਬਾਅਦ ਅਗਲਾ ਕਾਵ ਸੰਗ੍ਰਹਿ ਇਹਨਾਂ ਦਾ ਜਿਹੜਾ ਹੈ, ਇਸ ਤੋਂ ਬਾਅਦ ਜਿਹੜਾ ਹੈਗਾ ਸਰਗੀ ਵੇਲਾ। ਸਰਗੀ ਵੇਲਾ ਜਿਹੜਾ ਕਾਵ ਸੰਗ੍ਰਹਿ 1951 ਵਿੱਚ ਆ ਰਿਹਾ। ਇਸ ਵਿੱਚ ਇਸਦੀ ਪ੍ਰਗਤੀਵਾਦੀ ਜਿਹੜੀ ਸੁਰ ਹੈ ਬਹੁਤ ਹੀ ਬਲਵਾਨ ਹੋ ਜਾਂਦੀ ਹੈ। ਇਸ ਕਾਵ ਸੰਗ੍ਰਹਿ ਵਿੱਚ ਪ੍ਰਗਤੀਵਾਦ ਦਾ ਜਿਹੜਾ ਪ੍ਰਭਾਵ ਹੈ ਬਹੁਤ ਜ਼ਿਆਦਾ ਇਸ ਕਾਵ ਸੰਗ੍ਰਹਿ ਵਿੱਚ ਦੇਖਿਆ ਜਾਂਦਾ ਹੈ। ਹੁਣ ਜਿੱਥੇ ਪ੍ਰਗਤੀਵਾਦੀ ਵਿਚਾਰਧਾਰਾ ਆ ਰਹੀ ਹੈ ਤਾਂ ਆਬਵੀਅਸ ਹੈ ਇਹਦੇ ਵਿੱਚ ਕਾਮੀ, ਕਿਸਾਨ ਤੇ ਮਜ਼ਦੂਰ ਇੰਨਾ ਬਾਰੇ ਜਿਹੜੀ ਹੈ ਗੱਲ ਕੀਤੀ ਹੋਏਗੀ, ਕਿਉਂਕਿ ਪ੍ਰਗਤੀਵਾਦ ਸਾਡਾ ਜੁੜਦਾ ਹੀ ਥੋੜਾ ਇਹਦੇ ਨਾਲ ਹੈ, ਮਾਰਕਸਿਜ਼ਮ ਦੇ ਨਾਲ ਜੁੜ ਜਾਂਦਾ ਹੈਗਾ। ਕਾਮੀ, ਕਿਸਾਨ ਤੇ ਮਜ਼ਦੂਰ ਬਾਰੇ ਗੱਲ ਕੀਤੀ ਹੈ। ਦੂਸਰੀ ਗੱਲ ਉਹ ਔਰਤ ਹੈ ਅੰਮ੍ਰਿਤਾ ਪ੍ਰੀਤਮ, ਔਰ ਮੇਨਲੀ ਔਰਤ ਦੀ ਆਵਾਜ਼ ਕਿਹਾ ਗਿਆ। ਉਹ ਕਿਤੇ ਜਿੰਨਾ ਮਰਜ਼ੀ ਲਿਖ ਲੇ, ਜਿਸ ਮਰਜ਼ੀ ਵਿਸ਼ੇ ਤੇ ਲਿਖ ਲੇ, ਪਰ ਉਹ ਔਰਤ ਤੋਂ ਕਦੀ ਵੀ ਨਹੀਂ ਪਿੱਛੇ ਹਟਦੀ, ਔਰਤ ਦਾ ਵਿਸ਼ਾ ਨਾਲ ਲੈ ਕੇ ਹੀ ਤੁਰਦੀ ਹੈ। ਉਸਦੀ ਜਿਹੜੀ ਇੱਕ ਕਵਿਤਾਵਾਂ ਇਸ ਵਿੱਚ ਜਿਹੜੀਆਂ ਮਸ਼ਹੂਰ ਨੇ ਉਹ ਹੈ ਇੱਕ ਤਵਾਰਿਖ, ਇੱਕ ਹੈ ਮਜਬੂਰ। ਜਿਹੜੀ ਮਜਬੂਰ ਕਵਿਤਾ ਹੈ ਉਸ ਵਿੱਚ ਉਹ ਔਰਤ ਦਾ ਬਿਆਨ ਕਰਦੀ ਹੈ ਤੇ ਦੂਸਰੀ ਹੈ ਇੱਕ ਤਵਾਰਿਖ ਕਵਿਤਾ। ਅੱਛਾ, ਇੱਕ ਇਸ ਦੀ ਨਾ ਲੰਬੀ ਕਵਿਤਾ ਹੈ ਮੈਂ ਤਵਾਰਿਖਾਂ ਹਿੰਦ ਦੀ। ਇਹ ਲੰਬੀ ਕਵਿਤਾ ਹੈ ਔਰ ਜਿਵੇਂ ਕੁਐਸਚਨ ਆ ਜਾਂਦਾ ਕਿ ਅੰਮ੍ਰਿਤਾ ਪ੍ਰੀਤਮ ਦੀ ਲੰਬੀ ਕਵਿਤਾ ਕਿਹੜੀ ਹੈ ਤਾਂ ਉਹ ਕਵਿਤਾ ਹੈ ਮੈਂ ਤਵਾਰਿਖਾਂ ਹਿੰਦ ਦੀ। ਇਸ ਵਿੱਚ ਉਸਨੇ ਆਪਣਾ 1947 ਦਾ ਦਰਦ ਜਿਹੜਾ ਹੈ ਉਹ ਪੂਰਾ ਬਿਆਨ ਕੀਤਾ ਹੋਇਆ, ਦੇਸ਼ ਵੰਡ ਉਹਨੇ ਜਿਹੜੀ ਹੈ ਇਸ ਵਿੱਚ ਬਿਆਨ ਕੀਤੀ ਹੋਈ ਹੈ। ਨੈਕਸਟ ਕਾਵ ਸੰਗ੍ਰਹਿ ਸੁਨੇਹੜੇ। ਹੁਣ ਸੁਨੇਹੜੇ ਕਾਵ ਸੰਗ੍ਰਹਿ ਇੰਪੋਰਟੈਂਟ ਹੈ ਕਿਉਂ? ਕਿਉਂਕਿ ਇਸ ਨੂੰ 1956 ਵਿੱਚ ਭਾਰਤ ਸਾਹਿਤ ਅਕਾਦਮੀ ਦਾ ਅਵਾਰਡ ਮਿਲਿਆ ਹੋਇਆ। ਠੀਕ ਹੈ। ਦੂਸਰੀ ਗੱਲ, ਇਹ ਇੱਕ ਪ੍ਰਤੀਨਿਧ ਕਾਵ ਸੰਗ੍ਰਹਿ। ਠੀਕ ਹੈ ਜੀ। ਹੁਣ ਇਹਦੇ ਵਿੱਚ ਇੱਕ ਚੀਜ਼ ਗੱਲ ਕਰਦੇ ਆ, ਇਸ ਕਾਵ ਸੰਗ੍ਰਹਿ ਵਿੱਚ ਨਾ ਉਹ ਜਿਹੜਾ ਗੱਲ ਕਰਦੀ ਹੈ ਕਾਵ ਸੰਗ੍ਰਹਿ ਨੂੰ ਜਦੋਂ ਲਿਖਦੀ ਹੈ, ਇਸ ਕਾਵ ਸੰਗ੍ਰਹਿ ਤੋਂ ਕਲੀਅਰ ਹੁੰਦਾ ਉਹਦੀ ਜ਼ਿੰਦਗੀ ਵਿੱਚ ਕੋਈ ਪਰਦੇਸੀ ਆ ਰਿਹਾ ਔਰ ਉਹ ਜਿਹੜਾ ਪਰਦੇਸੀ ਆ ਰਿਹਾ ਉਹਨੂੰ ਬਹੁਤ ਖੁਸ਼ੀ ਦੇ ਰਿਹਾ ਔਰ ਉਸਦੇ ਆਉਣ ਦੀ ਉਹ ਖੁਸ਼ੀ ਵੀ ਹੈ, ਬਟ ਫਿਰ ਉਹ ਚਲਾ ਜਾਂਦਾ ਹੈ ਇੱਕ ਟਾਈਮ ਤੋਂ ਬਾਅਦ, ਜਿਸ ਦਾ ਉਹਨੂੰ ਦੁੱਖ ਵੀ ਹੈ। ਹੁਣ ਇਸ ਚੀਜ਼ ਨੂੰ ਉਹ ਜਸਟੀਫਾਈ ਕਿੱਦਾਂ ਕਰਦੀ ਹੈ? ਕਹਿੰਦੀ ਹੈ ਕਿ ਪਤੀ ਪਤਨੀ ਦਾ ਹੀ ਰਿਸ਼ਤਾ ਜਿਹੜਾ ਹੈ ਮਤਲਬ ਕਿ ਕਿਸੇ ਨਾਲ ਅਗਰ ਤੁਹਾਡਾ ਪਿਆਰ ਹੈ, ਜਿਵੇਂ ਅਸੀਂ ਕਹਿੰਦੇ ਆ ਲਵ ਇਨ ਰਿਲੇਸ਼ਨਸ਼ਿਪ, ਤਾਂ ਜ਼ਰੂਰੀ ਨਹੀਂ ਹੈ ਕਿ ਉਸ ਰਿਸ਼ਤੇ ਨੂੰ ਪਤੀ ਪਤਨੀ ਦਾ ਨਾਮ ਦੇਣਾ ਵੀ ਜ਼ਰੂਰੀ ਹੈ। ਉਸ ਤੋਂ ਵੱਧ ਕੇ ਵੀ ਕੋਈ ਰਿਸ਼ਤਾ ਹੋ ਸਕਦਾ। ਉਹ ਤੁਹਾਨੂੰ ਪਤਾ ਹੀ ਹੈ ਕਿ ਇਸ ਦੇ ਅਫੇਅਰ ਰਹੇ ਤਾਂ ਕਿਸੇ ਨਾ ਕਿਸੇ ਤਰੀਕੇ ਇਸ ਚੀਜ਼ ਨੂੰ ਜਸਟੀਫਾਈ ਕਰੇਗੀ, ਕਿਉਂਕਿ ਸਾਡੀ ਜਿਹੜੀ ਸੁਸਾਇਟੀ ਹੈ ਉਹ ਅਲਾਉ ਨਹੀਂ ਕਰਦੀ ਇਹ ਚੀਜ਼ਾਂ। ਤਾਂ ਪਰਦੇਸੀ ਦਾ ਮਿਲਣਾ, ਪਰਦੇਸੀ ਦਾ ਵਿਛੜਨਾ, ਉਸ ਤੋਂ ਬਾਅਦ ਪਤੀ ਪਤਨੀ ਦੇ ਰਿਸ਼ਤੇ ਲਈ ਉਹਨੂੰ ਜਸਟੀਫਿਕੇਸ਼ਨਸ ਦੇਣਾ, ਇਹ ਸਭ ਕੁਝ ਇਸ ਕਾਵ ਸੰਗ੍ਰਹਿ ਵਿੱਚ ਹੈ। ਹੁਣ ਜਿੱਥੇ ਪਰਦੇਸੀ ਦਾ ਮਿਲਣਾ ਹੈ ਤਾਂ ਜਦੋਂ ਅਸੀਂ ਇਸ ਕਾਵ ਸੰਗ੍ਰਹਿ ਨੂੰ ਦੇਖਦੇ ਹਾਂ ਤਾਂ ਇਹ ਕਾਵ ਸੰਗ੍ਰਹਿ ਸਾਹਿਰ ਲੁਧਿਆਣਵੀ ਦੇ ਨਾਮ ਲਿਖਦੀ ਹੈ। ਤਾਂ ਆਬਵੀਅਸ ਹੈ ਸਾਹਿਰ ਲੁਧਿਆਣਵੀ ਦਾ ਇਹਨਾਂ ਦੀ ਜ਼ਿੰਦਗੀ ਵਿੱਚ ਆਣਾ, ਫਿਰ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਵਿੱਚੋਂ ਚਲੇ ਜਾਣਾ, ਉਸ ਦਾ ਬਿਆਨ ਜਿਹੜਾ ਇਸ ਕਾਵ ਸੰਗ੍ਰਹਿ ਸੁਨੇਹੜੇ ਵਿੱਚ ਮਿਲਦਾ ਹੈ। ਕਿਉਂਕਿ ਲਾਸਟ ਟਾਈਮ ਤੇ ਉਹ ਇਮਰੋਜ਼ ਦੇ ਨਾਲ ਸੀ। ਨਾਗਮਣੀ ਜਿਹੜੀ ਪੱਤਰਿਕਾ ਹੈ ਉਹਨਾਂ ਨੇ 1966 ਵਿੱਚ ਇਮਰੋਜ਼ ਨਾਲ ਮਿਲ ਕੇ ਹੀ ਸਟਾਰਟ ਕੀਤੀ। ਆਪਣੀ ਲਾਈਫ ਦੇ ਲਾਸਟ 40 ਇਅਰਸ ਜਿਹੜੇ ਨੇ ਉਹਨਾਂ ਨੇ ਇਮਰੋਜ਼ ਦੇ ਨਾਲ ਹੀ ਬਿਤਾਏ ਹੋਏ। ਉਸ ਤੋਂ ਬਾਅਦ ਇਸ ਕਾਵ ਸੰਗ੍ਰਹਿ ਵਿੱਚ ਇੱਕ ਜਿਹੜੀ ਨਵੀਂ ਚੀਜ਼ ਹੈ ਉਹ ਹੈ ਆਂਤਰਿਕ ਮਨੋਬਚਨੀ, ਮਤਲਬ ਕਿ ਆਪਣੇ ਦਿਲ ਦੀਆਂ ਜਿਹੜੀਆਂ ਗੱਲਾਂ ਉਹਨੂੰ ਮਨੋਬਚਨੀ ਦੇ ਰੂਪ ਵਿੱਚ ਬਿਆਨ ਕਰਨਾ। ਔਰ ਆਂਤਰਿਕ ਮਨੋਬਚਨੀ ਦੀ ਜਿਹੜੀ ਪੇਸ਼ਕਾਰੀ ਹੋਈ ਹੈ ਉਸ ਲਈ ਜਿਹੜੀ ਸਭ ਤੋਂ ਵੱਧ ਜਿਹੜੀ ਕਵਿਤਾ ਹੈ ਜਿਸ ਵਿੱਚ ਇਹ ਵਿਧੀ ਵਰਤੀ ਗਈ ਹੈ ਉਹ ਕਵਿਤਾ ਦਾ ਨਾਮ ਹੈ ਕੱਚੀਆਂ ਗੰਢਾਂ। ਕੱਚੀਆਂ ਗੰਢਾਂ ਕਵਿਤਾ ਵਿੱਚ ਉਸਨੇ ਆਂਤਰਿਕ ਮਨੋਬਚਨੀ ਦੀ ਜਿਹੜੀ ਬਿਰਤੀ ਹੈ ਉਹ ਵਰਤੀ ਹੈ। ਨੈਕਸਟ ਕਾਵ ਸੰਗ੍ਰਹਿ ਅਸ਼ੋਕਾ ਚੇਤੀ। ਅਸ਼ੋਕਾ ਚੇਤੀ ਕੀ ਹੈ? ਦੱਖਣੀ ਭਾਰਤ ਵਿੱਚ ਇੱਕ ਮਿਲਣ ਵਾਲਾ ਫੁੱਲ ਹੈ, ਉਸ ਦਾ ਨਾਮ ਅਸ਼ੋਕਾ ਚੇਤੀ ਹੈ, ਜਿਸ ਦਾ ਰੰਗ ਲਾਲ ਹੈ ਔਰ ਲਾਲ ਰੰਗ ਨੂੰ ਅਸੀਂ ਵੈਸੇ ਹੀ ਪਿਆਰ ਦਾ ਰੰਗ ਮੰਨਦੇ ਹਾਂ ਤੇ ਜਿਸ ਕਰਕੇ ਮੁਹੱਬਤ ਦਾ ਪ੍ਰਤੀਕ ਮੰਨਦੇ ਹਾਂ। ਸਿਰਲੇਖ ਫੁੱਲ ਹੈ, ਦੱਖਣੀ ਭਾਰਤ ਦਾ ਹੈ, ਲਾਲ ਰੰਗ ਦਾ ਹੈ, ਮੁਹੱਬਤ ਦਾ
प्रतीक है। और इस विच ज़्यादा जिहड़ा विशा लैंदी है इंतज़ार, जा चुके दा इंतज़ार करना। कविता इस दियां ने शोक सुराही ते दिल दे भेद। नैक्सट इज द काव्य संग्रह कस्तूरी। और कस्तूरी मेरे ख्याल सबनों तुहानूं पता है, पंजाबी दे टीचर इदां कुछ हो नहीं सकता कि सानूं कस्तूरी ना पता होवे। 1959 विच एक काव्य संग्रह लिखिया सी इन्हां ने। इस विच प्रगीतक रचनावां है, ठीक है। प्रगीतक कवि असी शिव कुमार बटालवी जी नूं कहंदे आ। इस विच जिहड़ा विषय है इंतजार, उदासी ते हेरवा। उस तो बाद इहदे विच जिहड़ियां इंपॉर्टेंट कविता है, फेर तैनूं याद कीता, रात मेरी जागदी ते कलम दे भेद। हुण इस तो बाद 3 काव्य संग्रह जिहड़े होर मैं तुहानूं दसदी हां उन्हां बारे कि उस विच किहड़ियां-किहड़ियां कवितावां जिहड़ियां लईआं गईआं ने। हाँ जी, अगे होर काव्य संग्रह कराने तो पहला फिर दोबारा तो एक इन्फॉर्मेशन शेयर कर रही हूँ। पंजाबी मास्टर कैडर दीयां जिहड़ियां क्लासेस है वो चल रही हैं, जिहदे विच हरियाणा TGT पंजाबी ते पंजाब TGT पंजाबी दीयां तैयारी जिहड़ी है वो चल रही है। उस तो बाद PS टेट ते C-TET दीयां क्लासेस भी स्टार्ट हो रही ने। जिन्हां ने P-TET और C-TET की भी कोचिंग लैनी है वो मैनू कॉन्टैक्ट कर सकते हैं। मेरा कॉन्टैक्ट नंबर 7717639393। डेली दियां 2 क्लासेस ने, एक सिलेबस दी ते एक मॉक टेस्ट दी। सिलेबस जो तक तुहाडा कंप्लीट होएगा, मॉक टेस्ट तुहानू टिल एग्जाम जिहड़े प्रोवाइड करवाए जाएंगे। P-TET दा एक शायद होप है हो जाए, तो C-TET जिहड़ा हैगा है वो आया होया है, और कोचिंग ले लो, क्योंकि C-TET क्लीयर कर लोगे तो हरियाणा का पंजाबी का जिहड़ा पेपर है मास्टर कैडर पंजाबी है वो ईजिली क्रैक कर पाओगे। पंजाबी मास्टर कैडर जिहड़ा पंजाब का पंजाबी मास्टर कैडर है उहदे बारे हाले कोई इन्फॉर्मेशन नहीं आ रही है या नहीं आ रहा। हरियाणा का जिहड़ा पेपर है जैन हो रहा है। जिन्हों ने अपलाई किया होया वो भी क्लासेस ज्वाइन कर सकते हैं। जिन्हों ने अपलाई नहीं किया वो वेट करन, उन्होंने को C-TET है तो दिसंबर विच दोबारा तो पोर्टल ओपन हो रहा है तो तुसी अपलाई कर सकते हो। हुण इस तो बाद अगले जिहड़े उन्होंने काव्य संग्रह वो करते हैं।